ਸਾਡੇ ਇੱਕ ਪੁਰਾਣੇ ਮਿੱਤਰ ਨੇ ਕਿਹਾ ਸੀ ਕਿ ਗਰਮੀ, ਠੰਡ ਅਤੇ ਬੇਇੱਜ਼ਤੀ ਜਿੰਨੀ ਮਹਿਸੂਸ ਕਰੋ ਉਨੀ ਜ਼ਿਆਦਾ ਪਰੇਸ਼ਾਨ ਕਰਦੀ ਹੈ। ਪਰ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਜੋੜਨ ਦਾ ਵੇਲਾ ਵੀ ਆ ਗਿਆ, ਮਹਿੰਗਾਈ। ਸਾਡੇ ਦੇਸ਼ ਵਿੱਚ ਇਸ ਵੇਲੇ ਜਿੰਨੀ ਤੇਜ਼ ਗਰਮੀ ਪੈ ਰਹੀ ਹੈ ਉਨੀ ਜ਼ਿਆਦਾ ਮਹਿੰਗਾਈ ਵੀ ਉਨੀ ਤੇਜ਼ੀ ਨਾਲ ਵੱਧ ਰਹੀ ਹੈ। ਸੂਝਵਾਨ ਬੰਦਾ ਹਾਈ ਗਰਮੀ ਅਤੇ ਹਾਈ ਮਹਿੰਗਾਈ ਦੋਹਾਂ ਦਾ ਸੇਕ ਮਹਿਸੂਸ ਕਰ ਰਿਹਾ ਹੈ, ਪਰ ਦੇਸ਼ ਦੀ ਬਹੁਤੀ ਜਨਤਾ ਸਾਡੇ ਉਸ ਪੁਰਾਣੇ ਮਿੱਤਰ ਦੀ ਕਹਾਵਤ ਵਾਂਗ ਇਸ ਵੇਲੇ ਕੁਝ ਮਹਿਸੂਸ ਹੀ ਨਹੀਂ ਕਰ ਰਹੀ। ਸੋ ਆਖਰਕਾਰ ਅੱਛੇ ਦਿਨਾਂ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸਰਕਾਰ ਮਹਿੰਗਾਈ ਇੰਨੀ ਵਧਣ ਕਿਉਂ ਦੇ ਰਹੀ ਹੈ ਅਤੇ ਇਸ ਮਹਿੰਗਾਈ ਦੇ ਵਿੱਚੋਂ ਕੌਣ ਫਾਇਦਾ ਲੈ ਰਿਹਾ ਹੈ, ਸਾਰੀ ਮਹਿੰਗਾਈ ਦੀ ਪੋਲ ਅੱਜ ਦੇ ਇਸ ਵੀਡੀਓ ਵਿੱਚ ਚੰਗੀ ਤਰ੍ਹਾਂ ਖੋਲ ਕੇ ਤੁਹਾਡੇ ਸਾਹਮਣੇ ਰੱਖਾਂਗੇ। ਜ਼ਰੂਰ ਵੇਖੋ ਅੱਜ ਦਾ ਇਹ ਸਾਰਾ ਐਪੀਸੋਡ। ਪੈਟਰੋਲ, ਡੀਜ਼ਲ, LPG ਅਤੇ ਸਰੋਂ ਦੇ ਤੇਲ ਇਹ ਉਹ ਕੁਝ ਚੀਜ਼ਾਂ ਨੇ ਜਿਨ੍ਹਾਂ ਦੀ ਕੀਮਤ ਲਗਾਤਾਰ ਵਧੀ ਹੈ ਅਤੇ ਇਹਨਾਂ ਦੇ ਕਰਕੇ ਆਮ ਬੰਦੇ ਦੀ ਜ਼ਿੰਦਗੀ ਅਤੇ ਉਹਦੀ ਖਰੀਦ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਇਸ ਵੇਲੇ ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦੀ GDP ਯਾਨੀ ਦੇਸ਼ ਦੀ ਵਿਕਾਸ ਦਰ ਲਗਾਤਾਰ ਹੇਠਾਂ ਨੂੰ ਜਾ ਰਹੀ ਹੈ ਅਤੇ ਪੈਟਰੋਲ, ਡੀਜ਼ਲ, LPG ਅਤੇ ਸਰੋਂ ਦੇ ਤੇਲ ਦੀਆਂ ਕੀਮਤਾਂ ਲਗਾਤਾਰ ਉੱਪਰ ਵੱਲ ਨੂੰ ਜਾ ਰਹੀਆਂ ਨੇ, ਜਦਕਿ ਹੋਣਾ ਉਲਟਾ ਚਾਹੀਦਾ ਸੀ। ਪੈਟਰੋਲ, ਡੀਜ਼ਲ ਅਤੇ LPG ਦੀਆਂ ਕੀਮਤਾਂ ਕਿਉਂ ਵਧ ਰਹੀਆਂ ਨੇ ਇਹਦੇ ਬਾਰੇ ਇੱਕ ਤਫਸੀਲੀ ਵੀਡੀਓ, ਡਿਟੇਲ ਵਿੱਚ ਵੀਡੀਓ ਅਸੀਂ ਪਹਿਲਾਂ ਹੀ ਬਣਾ ਚੁੱਕੇ ਹਾਂ। ਕੁਝ ਮਹੀਨੇ ਪਹਿਲਾਂ ਤੁਹਾਨੂੰ ਇਹਦੇ ਬਾਰੇ ਦੱਸ ਦਿੱਤਾ ਸੀ ਕਿ ਕਿਉਂ ਵੱਧਦੀਆਂ ਨੇ, ਸੋ ਉਸ ਚੀਜ਼ ਨੂੰ ਦੁਬਾਰਾ ਰਿਪੀਟ ਨਹੀਂ ਕਰਾਂਗੇ। ਜੇ ਤੁਸੀਂ ਉਹ ਐਪੀਸੋਡ ਨਹੀਂ ਵੇਖਿਆ ਤਾਂ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਗਿਆ, ਤੁਸੀਂ ਉਹ ਵੇਖ ਸਕਦੇ ਹੋ ਕਿ ਕਿਵੇਂ ਪੈਟਰੋਲ, ਡੀਜ਼ਲ ਅਤੇ LPG ਦੀਆਂ ਕੀਮਤਾਂ ਵੱਧਦੀਆਂ ਨੇ ਤੇ ਕਿਉਂ ਵੱਧਦੀਆਂ ਨੇ। ਇਸ ਵੇਲੇ ਗੱਲ ਆਪਾਂ ਇਹ ਕਰੀਏ ਕਿ ਜੋ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਇਹ ਕਿੱਥੇ ਕੁ ਤੱਕ ਜਾ ਕੇ ਰੁਕਣੀਆਂ ਨੇ। ਉਸ ਐਪੀਸੋਡ ਵਿੱਚ ਅਸੀਂ ਤੁਹਾਨੂੰ ਇਹ ਦੱਸਿਆ ਸੀ ਅਤੇ ਲੋਕੀ ਵੀ ਵੈਸੇ ਇਹ ਜਾਣਦੇ ਸੀ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਇੱਕ ਨਾ ਇੱਕ ਦਿਨ 100 ਰੁਪਈਆ ਪ੍ਰਤੀ ਲੀਟਰ ਤੱਕ ਪਹੁੰਚਣੀ ਹੀ ਪਹੁੰਚਣੀ ਹੈ ਅਤੇ ਅਜਿਹਾ ਹੋ ਗਿਆ। ਹੁਣ ਪੰਜਾਬ ਵਿੱਚ ਵੀ ਪੈਟਰੋਲ ਜਿਹੜਾ ਆ ਉਹ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਛੂ ਗਿਆ, ਸੈਂਚੁਰੀ ਬਣਾ ਗਿਆ। ਇੱਕ ਗੱਲ ਨੋਟ ਕਰ ਲਵੋ, ਹੁਣੇ ਐਸੇ ਵੇਲੇ ਉਹ ਦਿਨ ਦੂਰ ਨਹੀਂ ਜਦੋਂ LPG ਗੈਸ ਸਿਲੰਡਰ 1000 ਰੁਪਏ ਦੀ ਕੀਮਤ ਛੂਗਾ। ਇਹ ਚੀਜ਼ ਹੋਣੀ ਹੀ ਹੋਣੀ ਹੈ। ਜਿਵੇਂ ਪੈਟਰੋਲ ਦੇ ਬਾਰੇ ਸਪਸ਼ਟ ਹੋ ਗਿਆ ਸੀ ਕਿ ਇਹਨੇ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਛੂਣਾ, ਉਸੇ ਤਰ੍ਹਾਂ LPG ਗੈਸ ਸਿਲੰਡਰ ਦੀ ਕੀਮਤ ਜਿਸ ਤਰੀਕੇ ਨਾਲ ਵੱਧ ਰਹੀ ਹੈ 25 ਰੁਪਏ ਕਰਕੇ ਵੱਧ ਰਹੀ ਹੈ, ਜਲਦੀ ਹੀ ਇਹਨੇ ਵੀ 1000 ਦਾ ਅੰਕੜਾ ਛੂਣਾ ਹੈ। ਇਹ ਗੱਲ ਨੋਟ ਕਰ ਲਵੋ। ਇਸੇ ਚੈਨਲ ਉੱਤੇ ਅਸੀਂ ਤੁਹਾਨੂੰ ਅੱਜ ਹੀ ਇਹ ਗੱਲ ਦੱਸ ਰਹੇ ਹਾਂ। ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੋ ਟ੍ਰੈਂਡ ਚੱਲ ਰਿਹਾ ਹੈ, ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਕੀਮਤਾਂ ਪਿੱਛੇ ਨੂੰ ਨਹੀਂ ਜਾ ਰਹੀਆਂ। ਜੇ ਪਿੱਛੇ ਨੂੰ ਜਾਂਦੀਆਂ ਵੀ ਨੇ ਤਾਂ ਬਹੁਤ ਮਾਮੂਲੀ, ਨਿਗੂਣੀ ਜਿਹੀਆਂ, ਪਰ ਜਦੋਂ ਅੱਗੇ ਨੂੰ ਵੱਧਦੀਆਂ ਨੇ, ਉੱਪਰ ਨੂੰ ਵੱਧਦੀਆਂ ਨੇ ਤਾਂ ਲੰਮੀ ਛਾਲ ਮਾਰਦੀਆਂ ਨੇ। ਇਸ ਟ੍ਰੈਂਡ ਨੂੰ ਵੇਖਦਿਆਂ ਇਹ ਗੱਲ ਹੁਣੇ ਹੀ ਕਹੀ ਜਾ ਸਕਦੀ ਹੈ ਕਿ ਇਹ ਕੀਮਤਾਂ ਅੱਗੇ ਹੋਰ ਵੀ ਵਧਣੀਆਂ ਨੇ ਤੇ ਨਵੇਂ ਰਿਕਾਰਡ ਬਣਾਉਣਗੀਆਂ, ਐਸੇ ਰਿਕਾਰਡ ਜੋ ਪਹਿਲਾਂ ਕਦੇ ਨਹੀਂ ਸੀ ਬਣੇ। ਦੂਜਾ ਕਾਰਨ ਇਹਦਾ ਇਹ ਵੀ ਹੈ ਕਿ ਦੇਸ਼ ਦੀ ਜਨਤਾ ਇਸ ਪ੍ਰਤੀ ਬਿਲਕੁਲ ਅਵੇਸਲੀ ਹੋਈ ਬੈਠੀ ਹੈ। ਇੰਜ ਲੱਗਦਾ ਕਿ ਦੇਸ਼ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਪੈਟਰੋਲ 100 ਦਾ ਹੋ ਜਾਵੇ ਜਾਂ 150 ਦਾ ਹੋ ਜਾਵੇ, ਸਿਲੰਡਰ ਚਾਹੇ 900 ਦਾ ਹੋ ਜਾਵੇ, 1000 ਦਾ ਜਾਂ ਕੱਲ ਨੂੰ 1200 ਦਾ ਵੀ ਹੋ ਜਾਵੇ, ਦੇਸ਼ ਦੀ ਜਨਤਾ ਕੋਈ ਪ੍ਰਤੀਕਰਮ ਨਹੀਂ ਦੇ ਰਹੀ, ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਲੱਗਦਾ। ਘਰਾਂ ਦੇ ਬਜਟ ਭਾਵੇਂ ਹਿੱਲ ਗਏ ਹੋਣ ਪਰ ਕੋਈ ਇਹਦੇ ਬਾਰੇ ਚੂੰ ਤੱਕ ਨਹੀਂ ਕਰ ਰਿਹਾ, ਸਿਵਾਏ ਕਿਸਾਨਾਂ ਤੋਂ ਕੋਈ ਵੀ ਰੋਸ ਪ੍ਰਦਰਸ਼ਨ ਨਹੀਂ ਕਰ ਰਿਹਾ, ਆਪਣੀ ਆਵਾਜ਼, ਵਿਰੋਧ ਦੀ ਆਵਾਜ਼ ਬੁਲੰਦ ਨਹੀਂ ਕਰ ਰਿਹਾ। ਸੋ ਜਦੋਂ ਹਕੂਮਤਾਂ ਨੂੰ ਇਹ ਪਤਾ ਹੋਵੇ ਕਿ ਲੋਕੀ ਸਹਿਣ ਕਰ ਰਹੇ ਆ ਤਾਂ ਇਹ ਚੀਜ਼ਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ ਨੇ, ਇੱਦਾਂ ਹੀ ਕੀਮਤਾਂ ਵੱਧਦੀਆਂ ਰਹਿਣੀਆਂ, ਕਿਉਂਕਿ ਜਦ ਤੱਕ ਵੱਧਦੀਆਂ ਕੀਮਤਾਂ ਦਾ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਤਦ ਤੱਕ ਸਿਆਸਤਦਾਨਾਂ ਨੂੰ, ਲੀਡਰਾਂ ਨੂੰ, ਹੁਕਮਰਾਨਾਂ ਨੂੰ, ਸਰਕਾਰਾਂ ਨੂੰ ਵੀ ਕੋਈ ਫਰਕ ਨਹੀਂ ਪੈਣਾ। ਇੱਥੇ ਕੁਝ ਅੰਕੜੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਸਾਲ 2014 ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਅੰਤਿਮ ਮਹੀਨੇ ਸਨ, ਉਦੋਂ ਕੀਮਤਾਂ ਕੀ ਸੀ ਅਤੇ ਹੁਣ 7 ਸਾਲ ਬਾਅਦ 2021 ਵਿੱਚ ਜੋ ਨਵੀਂ ਸਰਕਾਰ 7 ਸਾਲ ਕੱਢ ਗਈ ਹੈ, ਅੱਛੇ ਦਿਨਾਂ ਵਾਲੀ ਸਰਕਾਰ, ਇਸ ਸਮੇਂ ਦੌਰਾਨ ਕਿੰਨਾ ਫਰਕ ਆਇਆ ਇਹ ਤੁਹਾਨੂੰ ਅੰਕੜਿਆਂ ਸਮੇਤ ਹੁਣੇ ਹੀ ਦੱਸ ਰਹੇ ਹਾਂ। ਜ਼ਰੂਰ ਵੇਖਿਓ, ਇਹ ਚੀਜ਼ ਧਿਆਨ ਨਾਲ ਨੋਟ ਕਰਿਓ, ਸੇਵ ਕਰ ਲਓ ਆਪਣੇ ਕੋਲ। ਤੁਸੀਂ ਇਹ ਗ੍ਰਾਫਿਕ ਧਿਆਨ ਨਾਲ ਦੇਖੋ। ਇਹ ਨੇ ਉਹ ਕੁਝ ਜ਼ਰੂਰੀ ਚੀਜ਼ਾਂ ਜੋ ਹਰ ਬੰਦੇ ਦੇ ਘਰ ਵਿੱਚ ਵਰਤੋਂ ਵਿੱਚ ਆਉਂਦੀਆਂ ਨੇ, ਹਰ ਬੰਦਾ ਇਹਨਾਂ ਨੂੰ ਵਰਤਦਾ, ਆਮ ਨਾਗਰਿਕ ਦੇ ਕੰਮ ਦੀਆਂ ਚੀਜ਼ਾਂ। ਸਾਲ 2014 ਤੇ 2021 ਵਿੱਚ ਕਿੰਨਾ ਫਰਕ ਆਇਆ ਇਹ ਧਿਆਨ ਨਾਲ ਇਸ ਟੇਬਲ ਰਾਹੀਂ ਤੁਸੀਂ ਵੇਖ ਸਕਦੇ ਹੋ। ਸਾਲ 2014 ਵਿੱਚ ਪੈਟਰੋਲ ਦੀ ਕੀਮਤ 60 ਰੁਪਏ ਪ੍ਰਤੀ ਲੀਟਰ ਸੀ ਅਤੇ ਹੁਣ ਇਹ 100 ਰੁਪਏ ਤੋਂ ਉੱਪਰ ਟੱਪ ਕੇ ਕਈ ਥਾਈਂ 112 ਰੁਪਏ ਪ੍ਰਤੀ ਲੀਟਰ ਤੱਕ ਵੀ ਪਹੁੰਚ ਚੁੱਕੀ ਹੈ। ਸਾਲ 2014 ਵਿੱਚ ਡੀਜ਼ਲ 55 ਰੁਪਏ ਪ੍ਰਤੀ ਲੀਟਰ ਸੀ ਅਤੇ ਹੁਣ 100 ਰੁਪਏ ਪ੍ਰਤੀ ਲੀਟਰ ਹੋ ਚੁੱਕਾ ਹੈ। LPG ਗੈਸ ਸਿਲੰਡਰ ਦੀ ਕੀਮਤ ਸਾਲ 2014 ਵਿੱਚ ਉਸ ਵੇਲੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ 414 ਰੁਪਏ ਸੀ ਅਤੇ ਹੁਣ ਗੈਸ ਸਿਲੰਡਰ 834 ਅਤੇ 835 ਰੁਪਏ
ਦਾ ਹੋ ਚੁੱਕਾ ਹੈ। ਦਾਲ ਦੀ ਕੀਮਤ ਉਦੋਂ 70 ਰੁਪਏ ਸੀ ਅਤੇ ਹੁਣ 190 ਰੁਪਏ ਤੱਕ ਪਹੁੰਚ ਚੁੱਕੀ ਹੈ। ਘਿਓ ਜਿਹੜਾ ਉਸ ਵੇਲੇ 350 ਰੁਪਏ ਨੂੰ ਵਿਕਦਾ ਸੀ ਹੁਣ 650 ਰੁਪਏ ਤੱਕ ਪਹੁੰਚ ਰਿਹਾ ਹੈ। ਸਰੋਂ ਦੇ ਤੇਲ ਦੀ ਕੀਮਤ ਉਦੋਂ 52 ਰੁਪਏ ਸੀ ਅਤੇ ਹੁਣ 210 ਰੁਪਏ ਹੋ ਚੁੱਕੀ ਹੈ। ਦੁੱਧ ਉਸ ਵੇਲੇ 30 ਰੁਪਏ ਕਿਲੋ ਸੀ ਅਤੇ ਹੁਣ 56 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਖੰਡ ਸ਼ੂਗਰ 22 ਰੁਪਏ ਕਿਲੋ ਸੀ 2014 ਵਿੱਚ ਅਤੇ ਹੁਣ 50 ਰੁਪਏ ਕਿਲੋ ਪਹੁੰਚ ਚੁੱਕੀ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਦੇਸ਼ ਦੇ ਹਾਲਾਤ ਇਹਨਾਂ 7 ਸਾਲਾਂ ਦੌਰਾਨ ਕਿੰਨੇ ਜ਼ਿਆਦਾ ਬਦਲ ਚੁੱਕੇ ਨੇ, ਕਿੰਨਾ ਬਦਲਾਅ ਆ ਚੁੱਕਾ ਹੈ, ਕਿੰਨੀ ਮਹਿੰਗਾਈ ਵੱਧ ਚੁੱਕੀ ਹੈ। ਅਤੇ ਹੁਣ ਇਹਦੇ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ, ਇਹ ਜੋ ਨਵੀਂ ਸਰਕਾਰ ਅੱਛੇ ਦਿਨਾਂ ਵਾਲੀ ਸਰਕਾਰ ਆਈ, ਇਹ ਇਸੇ ਚੀਜ਼ ਦਾ ਰੌਲਾ ਪਾ ਕੇ ਆਈ ਸੀ ਕਿ ਪਿਛਲੀ ਸਰਕਾਰ ਵੇਲੇ ਮਹਿੰਗਾਈ ਬਹੁਤ ਜ਼ਿਆਦਾ ਸੀ। ਮਹਿੰਗਾਈ ਸੰਬੰਧੀ ਇਹਨਾਂ ਨੇ ਤਰ੍ਹਾਂ ਦੇ ਐਡਵਰਟਾਈਜ਼ਮੈਂਟ ਇਸ਼ਤਿਹਾਰ ਬਣਾ ਕੇ ਟੀਵੀ ਚੈਨਲਾਂ ਉੱਤੇ ਚਲਾਏ ਸੀ। ਜ਼ਰਾ ਸੁਣਿਓ, ਆਹ ਇੱਕ ਇਸ਼ਤਿਹਾਰ ਸੀ ਜੋ 2014 ਵਿੱਚ ਉਦੋਂ ਦੀ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ ਚਲਾਇਆ ਜਾਂਦਾ ਸੀ ਕਿ ਉਹਨਾਂ ਨੇ ਮਹਿੰਗਾਈ ਬਹੁਤ ਵਧਾਈ ਹੋਈ ਹੈ। ਜ਼ਰਾ ਸੁਣਿਓ ਇਹ ਵਾਲਾ ਇਸ਼ਤਿਹਾਰ। पेट्रोल डीजल के दाम हर बार बढ़ते गए तो स्कूटर खड़ा कर दिया, बस से चलने लगे। पर जब रोज रोज की हर जरूरत की चीजों के दाम लगातार बढ़ते जाएंगे तो हम अपने बच्चों का भविष्य कैसे बनाएंगे? उन्हें क्या खिलाएंगे? महंगाई को लगातार बढ़ाने वालों, जनता माफ नहीं करेगी। चलो हालात बदले, देश की सरकार बदले, भाजपा को वोट दे, अब की बार मोदी सरकार। ਪਿਛਲੀ ਸਰਕਾਰ ਵੇਲੇ ਬਹੁਤ ਪਿੱਟ ਸਿਆਪਾ ਹੁੰਦਾ ਸੀ ਮਹਿੰਗਾਈ ਦਾ ਕਿ ਮਹਿੰਗਾਈ ਬਹੁਤ ਜ਼ਿਆਦਾ ਹੈ। ਜੋ ਹੁਣ ਕੀਮਤਾਂ ਚੱਲ ਰਹੀਆਂ ਉਹਨਾਂ ਨਾਲੋਂ ਅੱਧੀਆਂ ਕੀਮਤਾਂ ਉਸ ਵੇਲੇ ਹੁੰਦੀਆਂ ਸੀ, ਪਰ ਉਦੋਂ ਮਹਿੰਗਾਈ ਦਾ ਬਹੁਤ ਪਿੱਟ ਸਿਆਪਾ ਹੁੰਦਾ ਸੀ। ਅਤੇ ਸਭ ਤੋਂ ਜ਼ਿਆਦਾ ਪਿੱਟ ਸਿਆਪਾ ਕਰਨ ਵਿੱਚ ਮੋਹਰੀ ਸੀ ਸਮ੍ਰਿਤੀ ਇਰਾਨੀ, ਕਿਉਂਕਿ ਸਾਸ ਵੀ ਕਭੀ ਬਹੂ ਥੀ ਵਾਲੀ ਐਕਟਰੈਸ ਜੋ ਇਸ ਵੇਲੇ ਬੀਜੇਪੀ ਦੀ ਪ੍ਰਮੁੱਖ ਆਗੂ ਹੈ। ਸਮ੍ਰਿਤੀ ਇਰਾਨੀ ਬਹੁਤ ਵਧੀਆ ਕਲਾਕਾਰ ਹੈ। ਉਹਨੇ ਆਪਣੇ ਕਿਉਂਕਿ ਸਾਸ ਵੀ ਕਭੀ ਬਹੂ ਥੀ ਵਾਲੇ ਸੀਰੀਅਲ ਵਿੱਚ ਇਹੋ ਜਿਹੀ ਕਲਾਕਾਰੀ ਦਿਖਾਈ ਸੀ ਕਿ ਬਹੁਤ ਸਾਰੀਆਂ ਔਰਤਾਂ ਨੂੰ ਉਹਨੇ ਰੋਜ਼ ਹੀ ਇਮੋਸ਼ਨਲ ਕਰਕੇ ਰੋਣ ਲਾਈ ਰੱਖਣਾ। ਅਤੇ ਇਸੇ ਤਰ੍ਹਾਂ ਸਮ੍ਰਿਤੀ ਇਰਾਨੀ ਨੇ 2014 ਵਿੱਚ ਕਦੀ ਗੈਸ ਸਿਲੰਡਰ ਅਤੇ ਕਦੇ ਸਬਜ਼ੀਆਂ ਦੀ ਵਧੀ ਹੋਈ ਕੀਮਤ ਦਾ ਰੌਲਾ ਪਾ ਕੇ ਬਹੁਤ ਰੋਸ ਪ੍ਰਦਰਸ਼ਨ ਕੀਤੇ ਸੀ, ਬੜਾ ਰੌਲਾ ਪਾਇਆ ਸੀ। ਪਰ ਹੁਣ ਬਿਲਕੁਲ ਚੁੱਪ ਧਾਰੀ ਹੋਈ ਹੈ। ਹੁਣ ਜਦੋਂ ਕੀਮਤਾਂ ਉਦੋਂ ਤੋਂ ਵੀ ਦੁੱਗਣੀਆਂ ਤਿੱਗਣੀਆਂ ਹੋ ਗਈਆਂ, ਹੁਣ ਸਮ੍ਰਿਤੀ ਇਰਾਨੀ ਪੂਰੀ ਤਰ੍ਹਾਂ ਖੁਸ਼ ਹੈ। ਇਸੇ ਤਰ੍ਹਾਂ ਜਦੋਂ ਮਹਿੰਗਾਈ ਦੀ ਗੱਲ ਹੋਣੀ ਹੈ ਤਾਂ 3 ਹੋਰ ਬੰਦਿਆਂ ਦੇ ਨਾਂ ਜ਼ਰੂਰ ਨੋਟ ਕਰੋ, ਅਮਿਤਾਭ ਬੱਚਨ, ਅਕਸ਼ੇ ਕੁਮਾਰ ਅਤੇ ਅਨੁਪਮ ਖੇਰ। ਇਹ ਵੀ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜਦੋਂ ਕੀਮਤ ਥੋੜੀ ਜਿਹੀ ਵੀ ਵੱਧਦੀ ਸੀ ਤਾਂ ਬਹੁਤ ਰੌਲਾ ਪਾਉਂਦੇ ਸੀ, ਟਵਿੱਟਰ ਉੱਤੇ ਟਵੀਟਸ ਦੀ ਝੜੀ ਲਾ ਦਿੰਦੇ ਸੀ। ਪਰ ਹੁਣ ਇਹਨਾਂ ਨੂੰ ਮਹਿੰਗਾਈ ਨਜ਼ਰ ਨਹੀਂ ਆ ਰਹੀ। ਆਪਣੇ ਆਪ ਨੂੰ ਲੋਕਾਂ ਦੇ ਹਿਤੈਸ਼ੀ ਦੱਸਦੇ ਹੋਏ ਇਹ ਬਹੁਤ ਰੌਲਾ ਪਾਉਂਦੇ ਸੀ। ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਤਾਂ ਇਹ ਵੀ ਕਿਹਾ ਕਰਦੇ ਸੀ ਕਿ ਹੁਣ ਗੱਡੀਆਂ ਛੱਡ ਕੇ ਸਾਈਕਲ ਚਲਾਉਣ ਦੀ ਨੌਬਤ ਆ ਗਈ ਹੈ। ਇਹ ਗੱਲ ਉਦੋਂ ਕਹਿੰਦੇ ਸੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਅਤੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਹੁਣ ਨਾਲੋਂ ਅੱਧੀ ਸੀ, ਉਦੋਂ ਇਹੋ ਜਿਹੇ ਬਿਆਨ ਦਿੰਦੇ ਸੀ। ਪਰ ਹੁਣ ਇਹ ਪਤਾ ਨਹੀਂ ਕਿਹੜੀ ਦੁਨੀਆ 'ਚ ਬੈਠੇ ਆ ਕਿ ਹੁਣ ਇਹਨਾਂ ਨੂੰ ਇਹ ਚੀਜ਼ ਨਜ਼ਰ ਨਹੀਂ ਆ ਰਹੀ। ਅਨੁਪਮ ਖੇਰ ਤਾਂ ਖੁੱਲ੍ਹ ਕੇ ਬੀਜੇਪੀ ਦੇ ਹੱਕ ਵਿੱਚ ਭੁਗਤਦੇ ਹੀ ਰਹੇ ਨੇ, ਉਹਨਾਂ ਨੇ ਤਾਂ ਇਸ ਮੁੱਦੇ ਬਾਰੇ ਬੋਲਣਾ ਹੀ ਕੀ ਸੀ। ਸੋ ਜਿੱਥੇ ਦੇਸ਼ ਦੇ ਮੰਨੇ ਪ੍ਰਮੰਨੇ ਲੋਕ ਇਹੋ ਜਿਹਾ ਵਤੀਰਾ ਵਿਖਾ ਰਹੇ ਹੋਣ, ਉੱਥੇ ਦੇਸ਼ ਦੀ ਆਮ ਜਨਤਾ ਨੇ ਵੀ ਕੀ ਰੌਲਾ ਪਾਉਣਾ। ਇਸੇ ਕਰਕੇ ਹੁਕਮਰਾਨ ਇਸ ਮੁੱਦੇ ਉੱਤੇ ਸੰਜੀਦਾ ਨਹੀਂ ਹੋਏ ਅਤੇ ਨਾ ਹੀ ਹੋਣ ਦੀ ਉਮੀਦ ਹੈ। ਇਸੇ ਕਰਕੇ ਮਹਿੰਗਾਈ ਨਾ ਘਟੀ ਹੈ ਅਤੇ ਨਾ ਹੀ ਘਟਣ ਦੀ ਕੋਈ ਉਮੀਦ ਹੈ। ਇਸੇ ਕਰਕੇ ਨਾ ਕੋਈ ਰਾਹਤ ਮਿਲੀ ਹੈ ਅਤੇ ਨਾ ਮਿਲਣ ਦੀ ਉਮੀਦ ਹੈ, ਕਿਉਂਕਿ ਹੁਕਮਰਾਨਾਂ ਨੇ ਵੇਖ ਲਿਆ ਕਿ ਦੇਸ਼ ਦੇ ਲੋਕੀ ਸਭ ਕੁਝ ਬਰਦਾਸ਼ਤ ਕਰ ਰਹੇ, ਇਹਨਾਂ ਨੂੰ ਫਰਕ ਨਹੀਂ ਪੈਂਦਾ। ਅਤੇ ਇਸ ਕੰਮ ਵਿੱਚ ਉਹਨਾਂ ਦੇ ਬ੍ਰਾਂਡ ਅੰਬੈਸਡਰ ਇਹੋ ਜਿਹੇ ਸੈਲੀਬ੍ਰਿਟੀਜ਼ ਪੂਰਾ ਸਾਥ ਦੇ ਰਹੇ ਹੈ। ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ, ਕਿਸੇ ਵੀ ਦੇਸ਼ ਦੇ ਅੱਗੇ ਵਧਣ ਵਿੱਚ ਮਹਿੰਗਾਈ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਮਹਿੰਗਾਈ ਜਿੰਨੀ ਘੱਟ ਹੋਊਗੀ ਲੋਕੀ ਉਨੇ ਖੁਸ਼ਹਾਲ ਹੋਣਗੇ ਅਤੇ ਉਨਾ ਹੀ ਦੇਸ਼ ਖੁਸ਼ਹਾਲ ਹੁੰਦਾ। ਪਰ ਇਸ ਵੇਲੇ ਦੇਸ਼ ਦੇ ਲੋਕਾਂ ਦਾ, ਆਮ ਲੋਕਾਂ ਦਾ ਮਹਿੰਗਾਈ ਨੇ ਕਚੁੰਬਰ ਕੱਢਿਆ ਹੋਇਆ। ਉਹ ਗੱਲ ਵੱਖਰੀ ਹੈ ਕਿ ਲੋਕੀ ਇਸ ਕਚੁੰਬਰ ਦਾ ਦਰਦ ਮਹਿਸੂਸ ਨਹੀਂ ਕਰ ਰਹੇ ਜਾਂ ਕਰਨਾ ਨਹੀਂ ਚਾਹੁੰਦੇ, ਜਾਂ ਉਹਨਾਂ ਨੂੰ ਰਾਸ਼ਟਰਵਾਦ ਦੀ ਡੋਜ਼ ਦੇ ਦਿੱਤੀ ਗਈ ਹੈ। ਬਹੁਤੇ ਲੋਕੀ ਇਹ ਸੋਚ ਕੇ ਕਿ ਚਲੋ ਦੇਸ਼ ਹਿੱਤ ਵਿੱਚ 100 ਰੁਪਏ ਪੈਟਰੋਲ ਖਰੀਦ ਲਵਾਂਗੇ, ਚਾਹੇ 150 ਦਾ ਹੋ ਜਾਏ ਚਾਹੇ 200 ਦਾ ਹੋ ਜਾਏ, ਖਰੀਦ ਲਵਾਂਗੇ ਕਿਉਂਕਿ ਸਾਡੇ ਹਰਮਨ ਪਿਆਰੇ ਲੀਡਰ ਨੇ ਦੇਸ਼ ਹਿੱਤ ਦਾ ਵਾਸਤਾ ਪਾਇਆ ਹੋਇਆ। ਪਰ ਇੱਕ ਬਹੁਤ ਵੱਡੀ ਚੀਜ਼ ਨੋਟ ਕਰ ਲਵੋ ਕਿ ਜਿਸ ਵੇਲੇ ਦੇਸ਼ ਦੇ ਲੋਕਾਂ ਦੇ ਉੱਪਰ ਮਹਿੰਗਾਈ ਦਾ ਇੰਨਾ ਬੋਝ ਪਿਆ ਹੋਇਆ, ਉਸ ਵੇਲੇ ਕਈ ਲੋਕ ਐਸੇ ਵੀ ਆ ਜਿਨ੍ਹਾਂ ਦੀ ਬਹੁਤ ਚਾਂਦੀ ਹੋ ਰਹੀ ਹੈ। ਤੇਲ ਕੰਪਨੀਆਂ ਇਸ ਵੇਲੇ ਜਿੰਨਾ ਮੁਨਾਫਾ ਖੱਟ ਰਹੀਆਂ ਨੇ ਉਹਨਾਂ ਇਹਨਾਂ ਨੇ ਕਦੀ ਨਹੀਂ ਖੱਟਿਆ ਇਤਿਹਾਸ ਵਿੱਚ। ਸੁਭਾਵਿਕ ਗੱਲ ਆ, ਜੇ 100 ਰੁਪਏ ਲੀਟਰ ਪੈਟਰੋਲ ਵਿਕ ਰਿਹਾ, ਹਰ ਇੱਕ ਨੇ ਖਰੀਦਣਾ ਹੈ ਅਤੇ ਜੋ ਤੇਲ ਕੰਪਨੀਆਂ ਆ, ਜੋ ਇਹਨਾਂ ਦੇ ਮਾਲਕ ਆ, ਉਹਨਾਂ ਦੀ ਇੰਨੀ ਚਾਂਦੀ ਹੋ ਰਹੀ ਹੈ ਇਸ ਵੇਲੇ ਜਿੰਨੀ ਉਹਨਾਂ ਨੇ ਕਦੀ ਸੋਚੀ ਵੀ ਨਹੀਂ ਸੀ।
ਸੋ ਕਿਉਂ ਚਾਹਣਗੇ ਕਿ ਪੈਟਰੋਲ ਡੀਜ਼ਲ ਦੀ ਕੀਮਤ ਘਟੇ। ਇਸੇ ਤਰ੍ਹਾਂ ਅਡਾਨੀ ਦੀ ਕੰਪਨੀ ਜਿਹਨੇ ਕਿ ਸਰੋਂ ਦੇ ਤੇਲ ਦੇ ਉੱਪਰ ਕਾਫੀ ਆਪਣਾ ਗਲਬਾ ਬਣਾਇਆ ਹੋਇਆ, ਉਹਦੀ ਵੀ ਇਨੀ ਦਿਨੀ ਚਾਂਦੀ ਹੋਈ ਪਈ ਹੈ। ਇੱਕ ਹੋਰ ਬਹੁਤ ਵੱਡੇ ਬਿਜ਼ਨਸਮੈਨ ਬਾਬਾ ਰਾਮਦੇਵ, ਉਹਨਾਂ ਦਾ ਵੀ ਇਨੀ ਦਿਨੀ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਹੈ। ਉਹਨਾਂ ਦੇ ਪ੍ਰੋਡਕਟਸ ਵੀ ਲਗਾਤਾਰ ਵਿਕ ਰਹੇ ਹੈ। ਦੁਨੀਆ ਗੋਲ ਹੈ। ਇਸੇ ਤਰ੍ਹਾਂ ਦੁਨੀਆ ਵਿੱਚ ਜੋ ਪੈਸਾ ਘੁੰਮਦਾ ਹੈ, ਜੋ ਪੈਸੇ ਦਾ ਲੈਣ ਦੇਣ ਹੁੰਦਾ ਹੈ, ਇਹ ਵੀ ਗੋਲ ਹੀ ਘੁੰਮਦਾ ਹੈ। ਸੋ ਜਦੋਂ ਮਹਿੰਗਾਈ ਦੇਸ਼ ਵਿੱਚ ਵਧੀ ਹੈ, ਲੋਕਾਂ ਨੂੰ ਵੱਧ ਕੀਮਤਾਂ ਹਰ ਚੀਜ਼ ਦੀਆਂ ਤਾਰਨੀਆਂ ਪੈ ਰਹੀਆਂ ਨੇ, ਤਾਂ ਇਸ ਦਾ ਜੋ ਫਾਇਦਾ ਹੋ ਰਿਹਾ, ਜੋ ਮੁਨਾਫਾ ਹੋ ਰਿਹਾ, ਉਹ ਵੱਡੇ ਵੱਡੇ ਕਾਰੋਬਾਰੀਆਂ ਨੂੰ ਹੀ ਜਾ ਰਿਹਾ, ਕਿਉਂਕਿ ਇਹਨਾਂ ਦੀ ਹੀ ਦੇਸ਼ ਵਿੱਚ ਇਸ ਸਮੇਂ ਵੱਡੇ ਪੱਧਰ ਉੱਤੇ ਮੋਨੋਪੋਲੀ ਬਣੀ ਹੋਈ ਹੈ। ਕਾਰੋਬਾਰ ਉੱਤੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਇਹਨਾਂ ਦਾ ਹੀ ਗਲਬਾ ਬਣਿਆ ਹੋਇਆ। ਸੋ ਮਹਿੰਗਾਈ ਜਿਸ ਨਾਲ ਦੇਸ਼ ਦੇ ਲੋਕਾਂ ਦੀਆਂ ਜੇਬਾਂ ਖਾਲੀ ਹੋ ਰਹੀਆਂ ਨੇ, ਉਸੇ ਮਹਿੰਗਾਈ ਕਰਕੇ ਇਹਨਾਂ ਵੱਡੇ ਕਾਰੋਬਾਰੀਆਂ ਦੀਆਂ ਜੇਬਾਂ ਵੀ ਭਰ ਰਹੀਆਂ ਨੇ। ਅਜਿਹੇ ਵਿੱਚ ਤੁਹਾਨੂੰ ਲੱਗਦਾ ਕਿ ਮਹਿੰਗਾਈ ਘਟੂਗੀ? ਇਹ ਸੋਚਣ ਵਾਲੀ ਗੱਲ ਹੈ, ਕਿਉਂਕਿ ਇੱਕ ਤਾਂ ਕਰੋਨਾ ਦਾ ਰੌਲਾ ਅਤੇ ਦੂਜਾ ਰਾਸ਼ਟਰਵਾਦ ਦਾ ਵਾਸਤਾ। ਇਹਨਾਂ ਦੇ ਸਾਏ ਹੇਠ, ਇਹਨਾਂ ਦੀ ਆੜ ਵਿੱਚ ਮਹਿੰਗਾਈ ਲਗਾਤਾਰ ਵਧਾਈ ਗਈ ਹੈ। ਇਹ ਮਹਿੰਗਾਈ ਸਿਰਫ ਉਦੋਂ ਘਟਣੀ ਹੈ ਜਦੋਂ ਲੋਕ ਜਾਗਣਗੇ ਅਤੇ ਜਦੋਂ ਲੋਕ ਇਹਦਾ ਵਿਰੋਧ ਦਰਜ ਕਰਾਉਂਦੇ ਹੋਏ ਸਰਕਾਰਾਂ ਤੋਂ ਸਵਾਲ ਪੁੱਛਣਗੇ। ਹਾਲ ਦੀ ਘੜੀ ਅਜਿਹਾ ਹੁੰਦਾ ਵਿਖਾਈ ਨਹੀਂ ਦੇ ਰਿਹਾ, ਪਰ ਲੋਕਾਂ ਨੂੰ ਉਦਮ ਕਰਨਾ ਹੀ ਪੈਣਾ, ਤਾਂ ਹੀ ਉਹ ਆਪਣਾ ਭਵਿੱਖ ਕੁਝ ਸੁਧਾਰ ਸਕਣਗੇ। ਇਸ ਵਿਸ਼ੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ, ਕਿਉਂਕਿ ਇਹ ਵਿਸ਼ਾ ਸਾਡੇ ਸਾਰਿਆਂ ਦੇ ਨਾਲ ਸੰਬੰਧਿਤ ਹੈ, ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਅਤੇ ਤੁਹਾਡੇ ਜੋ ਫੀਡਬੈਕ, ਕਮੈਂਟਸ, ਵਿਚਾਰ, ਤੁਹਾਡੀ ਰਾਏ ਜਦੋਂ ਆਊਗੀ ਤਾਂ ਹੀ ਇਹ ਐਪੀਸੋਡ ਮੁਕੰਮਲ ਹੋਣਾ ਹੈ। ਇਸ ਪ੍ਰੋਗਰਾਮ ਵਿੱਚ ਦੱਸੀ ਗਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਹੋਰਨਾਂ ਲੋਕਾਂ ਤੱਕ ਵੀ ਜ਼ਰੂਰ ਸਾਂਝਾ ਕਰਿਓ, ਪਹੁੰਚਦਾ ਕਰਿਓ। ਅੱਜ ਦਾ ਇਹ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।